ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
get the full mark सच्ची शब्द we सही made a पढ़ा है वीर जी mistake केड़ा शब्द कर नहीं निकल रहा थी शब्द It was the other tu mera pita tu hai mera mata. That was the problem. That's, yeah. we do that every time There are that we two never of know the first we never think of It's the not coming बार-बार मैं सर्च करने की कोशिश कर रही थी You were speeding it up. आजा मेरा Yeah, बेटा no, not only that. Ajad, you should get my app. I don't know. It's It's good. easier to Except play you have to do here. it in Punjabi, which is why it takes me a while. Like so much. It's like it's a. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਹੁਣ ਇੱਕ ਸ਼ਬਦ ਪੜ੍ਹ ਰਹੇ ਸੀ ਸ਼ਬਦ ਦੀ ਆਖਰੀ ਪੰਕਤੀ ਸੀ ਗੁਰਪੂਰੇ ਵਜੀ ਵਧਾਈ ਨਾਨਕ ਜਿੱਤਾ ਬਿਖਾੜਾ ਜੀ ਆਓ ਸਾਰੇ ਇਸ ਪੰਕਤੀ ਦੀ ਸਾਂਝ ਪਾਉਂਦੇ ਹਾਂ ਜਿਵੇਂ ਅਸੀਂ ਅੱਜ ਆਪਣੇ ਬੱਚੇ ਦੇ ਜਨਮ ਦਿਨ ਲਈ ਬੱਚੇ ਨੂੰ ਵਧਾਈਆਂ ਦੇ ਰਹੇ ਹਾਂ ਗੁਰੂ ਪਾਤਸ਼ਾਹ ਕਿਹੜੀ ਵਧਾਈ ਸਾਨੂੰ ਦੱਸ ਰਹੇ ਨੇ ਕੀ ਵਧਾਈ ਹੈ ਗੁਰਪੂਰੇ ਵਜੀ ਵਧਾਈ ਸੋ ਬੱਚੇ ਇਨਵੋਲਵ ਹੋਵੋ ਇਸ ਪੰਕਤੀ ਨੂੰ ਹੌਲੀ ਹੌਲੀ ਪੜੋ ਤੇ ਬੱਚੇ ਸਾਰੇ ਦੱਸੋ ਬੇਸਿਕਲੀ ਇਹਦੇ ਵਿੱਚ ਕਿਹੜੀ ਵਧਾਈ ਵੱਜੀ ਹੈ ਤੇ ਕੀ ਕਹਿ ਰਹੇ ਨੇ ਗੁਰੂ ਪਾਤਸ਼ਾਹ ਕਿਉਂਕਿ ਅਸੀਂ ਬੜੀ ਦੇਰ ਦੇ ਕੀਰਤਨ ਕਰ ਰਹੇ ਹਾਂ ਸਾਰਿਆਂ ਨੇ ਬੜੇ ਸ਼ਬਦ ਪੜ੍ਹੇ ਨੇ ਜਿਨਨੇ ਜਿਹੜਾ ਸ਼ਬਦ ਪੜ੍ਹਿਆ ਕੋਸ਼ਿਸ਼ ਕਰੋ ਉਹਦੇ ਕੋਈ ਲਫ਼ਜ਼ੀ ਅਰਥ ਤੇ ਕਿਸੇ ਨਾਲ ਸਾਂਝ ਪਾਈਏ ਥੋੜਾ ਜਿਹਾ ਤੇ ਸਾਡੇ ਬੱਚੇ ਇਹ ਪੜਨ ਵੇਲੇ ਜਦੋਂ ਉਸ ਲਫ਼ਜ਼ ਨੂੰ ਵੀ ਪੜ ਰਹੇ ਨੇ ਤੇ ਉਹਦੇ ਵਿੱਚ ਕਿੰਨੇ ਇਨਵੋਲਵ ਹੋਏ ਨੇ ਕੀ ਉਹਦੇ ਚੋਂ ਗ੍ਰਾਸਪ ਕੀਤਾ ਹੈ ਉਹਦੀ ਵੋਕੈਬਲਰੀ ਸਾਨੂੰ ਕੀ ਕਹਿ ਰਹੀ ਹੈ ਉਹਦੇ ਲਫ਼ਜ਼ੀ ਅਰਥ ਸਾਨੂੰ ਕੀ ਕਹਿ ਰਹੇ ਨੇ ਇਤਨਾ ਜ਼ਰੂਰ ਅਸੀਂ ਆਪਣੇ ਬੱਚਿਆਂ ਨੂੰ ਪ੍ਰੇਰਾਂਗੇ ਕਿ ਉਹ ਜ਼ਰੂਰ ਕਰੋ ਕੀ ਕਿਹਾ ਜਾ ਰਿਹਾ ਹੈ ਅਸੀਂ ਕੀ ਪੜ੍ਹਿਆ ਕੀ ਸੁਣਿਆ ਅਸੀਂ ਕੁਝ ਸਮਾਂ ਲਗਾਇਆ ਹੈ ਗੁਰਬਾਣੀ ਵਾਸਤੇ ਕਿਉਂ ਲਗਾਉਂਦੇ ਹਾਂ ਅਸੀਂ ਗੁਰਬਾਣੀ ਵਾਸਤੇ ਸਮਾਂ ਕਿਉਂ ਅਸੀਂ ਆਪਣੇ ਬੱਚਿਆਂ ਨੂੰ ਗੁਰਬਾਣੀ ਵੱਲ ਪ੍ਰੇਰਦੇ ਹਾਂ ਐਸਾ ਕੀ ਹੈ ਗੁਰਬਾਣੀ ਵਿੱਚ ਜਿਹੜੇ ਅਸੀਂ ਚਾਹੁੰਦੇ ਹਾਂ ਸਾਡੇ ਬੱਚੇ ਗੁਰਬਾਣੀ ਨਾਲ ਜੁੜੇ ਪਹਿਲਾ ਸ਼ਬਦ ਬੱਚੀ ਨੇ ਪੜਿਆ ਸੀ ਕੋਈ ਜਨ ਹਰਸਿਉ ਦੇਵੇ ਜੋਰ ਕੀ ਕਹਿਣਾ ਚਾਹੁੰਦੀ ਹੈ ਇਸ ਸ਼ਬਦ ਵਿੱਚ ਪਲੀਜ਼ ਦੱਸੋਗੇ ਕੁਝ ਵੀ ਦੱਸੋ ਜੋ ਤੁਸੀਂ ਲਿਆ ਇਸ ਸ਼ਬਦ ਵਿੱਚੋਂ ਜਦੋਂ ਤੁਸੀਂ ਪ੍ਰੈਕਟਿਸ ਕੀਤੀ ਤਾਂ ਵੀ ਤੁਸੀਂ ਪੜਿਆ ਜਿੰਨੀ ਵਾਰੀ ਪ੍ਰੈਕਟਿਸ ਕੀਤੀ ਉਤਨੀ ਵਾਰੀ ਪੜਿਆ ਤੇ ਇੱਕ ਇੱਕ ਵਰਡ ਨੇ ਮੈਨੂੰ ਕੀ ਕਿਹਾ ਮੇਰੇ ਮਨ ਨਾਲ ਕਿਹੜੀ ਕਮਿਊਨੀਕੇਸ਼ਨ ਹੋਈ ਉਸ ਵੇਲੇ ਜ਼ਰੂਰ ਬਾਹਰ ਗੱਲ ਕਰ ਜੋਰ ਕੀ ਹੁੰਦਾ ਹੈ Break it down. ਕਮ ਔਨ No, y'all. ਕੋਈ ਜਨ ਬਿਲਕੁਲ ਹਲਕਾ ਹਲਕਾ ਪੜਦੇ ਹਾਂ ਕੋਈ ਜਨ ਕੋਈ ਹੈ ਨਾ ਜਨ ਕੀ ਕਰੇ ਹਰ ਸਿਉ ਹਰ ਹਰੀ ਨਾਲ ਰਾਈਟ ਕੋਈ ਹਰੀ ਦੇ ਨਾਲ ਕੀ ਕਰੇ ਜੋੜ ਜੋੜ ਮੈਨੇ ਜੋੜ ਕਨੈਕਟ ਦੇਖੋ ਹੈ ਨਾ ਸੋ ਅਸੀਂ ਕੀਰਤਨ ਕਰ ਰਹੇ ਹਾਂ ਪਰ ਕੀਰਤਨ ਵਿੱਚ ਕਹਿ ਕੀ ਰਹੇ ਹਾਂ ਕਿਹਨੂੰ ਕਹਿ ਰਹੇ ਹਾਂ ਕੌਣ ਕਹਿ ਰਿਹਾ ਕਿਹਨੂੰ ਕਹਿ ਰਿਹਾ ਇੰਨਾ ਤੇ ਪਤਾ ਹੋਏ ਕੌਣ ਕਹਿ ਰਿਹਾ ਕੋਈ ਜਾਨ ਮੈਨੂੰ ਹਰੀ ਨਾਲ ਕਨੈਕਟ ਕਰ ਦੇ ਕੌਣ ਕਹਿ ਰਿਹਾ ਕਿ ਗੁਰੂ ਪਾਤਸ਼ਾਹ ਸਾਨੂੰ ਕਹਿ ਰਹੇ ਨੇ ਜਾਂ ਮੇਰੀ ਫੀਲਿੰਗਸ ਨੇ ਆਈ ਵਾਂਟ ਇਟ ਯੈਸ ਤੇ ਜੇ ਮੈਨੂੰ ਜੋੜ ਹੀ ਨਹੀਂ ਪਤਾ ਔਰ ਮੈਂ ਮੰਗ ਹੀ ਨਹੀਂ ਰਿਹਾ ਇਹ ਮੇਰੀ ਡਿਜ਼ਾਇਰ ਹੀ ਨਹੀਂ ਹੈ क्योंकि मैंने पता ही नहीं है जोड़ की है से मेरी डिजायर ही नहीं बनेगी है ना बच्चे ठीक है सो जदों असी पढ़िए जिदे कोलों सीखिए जदों पेरेंट्स नाल बैठिए उन्हां नाल गल करिए कुछ ते दसो ਇਹਦੇ ਵਿੱਚ क्या की जा रहा है ਸਾਡੇ ਅੰਦਰੋਂ ਇੱਕ ਚਾਹ ਤੇ ਪੈਦਾ ਹੋਏ ਕੀ ਕਿਹਾ ਇਹਨੇ ਕੀ ਕਿਹਾ ਸੀ मन की मन ही माए रही केड़ी मन दी मन च रह गई ਇਹ ਵੀ ਤੇ ਮੈਨੂੰ ਪਤਾ ਹੋਏ ਨਾ ਮੈਂ ਕਿਹੜੀ ਗੱਲ ਮੇਰੇ ਮਨ ਵਿੱਚ ਹੈ ਉਹ ਮਨ ਵਿੱਚ ਹੀ ਰਹਿ ਗਈ ਪਰ ਉਹ ਮੈਂ ਕੰਮ ਕਰ ਨਾ ਸਕੀ ਚੋਟੀ ਕਾਲ ਗਈ ਕਿਹੜੇ ਕਾਲ ਨੇ ਕਿਹੜੀ ਚੋਟੀ ਫੜੀ
ਨਹੀਂ ਪਤਾ ਲੱਗੇਗਾ। ਬਹੁਤ ਵਾਰੀ ਗਾਲਾਂਗੇ, ਜਦ ਤੱਕ ਆਪਣੇ ਘਰ ਵਿੱਚ ਬਹਿ ਕੇ ਇਹ ਮਾਹੌਲ ਨਹੀਂ ਬਣਾਵਾਂਗੇ ਤਦ ਤੱਕ ਨਹੀਂ ਲੈ ਸਕਾਂਗੇ ਕੀ ਗੁਰਬਾਣੀ ਸਾਨੂੰ ਕਹਿ ਰਹੀ ਹੈ। ਸੋ ਅਸੀਂ ਅੱਜ ਦੀ ਲਾਸਟ ਪੰਕਤੀ ਜਿਹੜੀ ਮੈਂ ਚਾਹ ਰਹੀ ਸੀ, ਮੈਂ ਆਪ ਜੀ ਬੱਚੇ ਅੱਗੇ, ਤੁਸੀਂ ਮੇਰੇ ਬੱਚੇ ਹੋ, ਬੜਾ ਪਿਆਰ ਕਰਦੇ ਹੋ, ਪਰ ਮੇਰੀ ਇਹ ਬਹੁਤ ਜ਼ਿਆਦਾ ਖਾਹਿਸ਼ ਜ਼ਰੂਰ ਰਹੇਗੀ ਕਿ ਮੇਰੇ ਬੱਚੇ ਗੁਰਬਾਣੀ ਨਾਲ ਜੁੜਨ, ਕੀਰਤਨ ਕਰਨ, ਪਾਠ ਕਰਨ, ਕੁਝ ਚੁੱਕਣ ਉੱਥੋਂ ਦੀ, ਕੁਝ ਦਿਲ ਕਰੇ ਗੱਲ ਕਰਨ ਦਾ, ਕੁਝ ਲਈਏ ਕੀ ਮੇਰੇ ਕੋਲ ਨਹੀਂ ਹੈਗਾ ਜਿਹੜਾ ਮੈਂ ਗੁਰਬਾਣੀ ਤੋਂ ਲੈਣਾ ਹੈ। ਐਸਾ ਕੀ ਹੈ ਗੁਰਬਾਣੀ ਵਿੱਚ ਜਿਹੜਾ ਮੈਂ ਪੈਦਾ ਹੋਈ ਤੇ ਮੇਰੀ ਮਾਂ ਨੇ ਮੈਨੂੰ ਪੁੱਠਾ ਲਿਟਾਤਾ ਗੁਰੂ ਗ੍ਰੰਥ ਸਾਹਿਬ ਅੱਗੇ? ਕਿਉਂ? ਕਾਰਨ ਕੀ ਸੀ? ਕਿਉਂ ਮੈਨੂੰ ਹੱਲੇ ਤੇ ਮੈਂ ਅੱਖ ਵੀ ਨਹੀਂ ਖੋਲੀ ਸੀ ਤੇ ਮੇਰਾ ਮੱਥਾ ਦੇਖਿਆ ਬੱਚੇ ਨੂੰ ਕਿਵੇਂ ਟਿਕਾਉਂਦੇ ਆ ਆਪਣੇ ਬੱਚੇ ਨੂੰ? ਕਿਉਂ? ਕੀ ਹੈ ਉਸ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਮੇਰੀਆਂ ਅੱਖਾਂ ਖੁੱਲਣ ਤੋਂ ਪਹਿਲੇ, ਮੇਰੀ ਜ਼ਬਾਨ ਖੁੱਲਣ ਤੋਂ ਪਹਿਲੇ, ਮੇਰੇ ਕੰਨ ਖੁੱਲਣ ਤੋਂ ਪਹਿਲੇ ਮੇਰੇ ਪੇਰੈਂਟਸ ਚਾਹੁੰਦੇ ਨੇ ਕਿ ਤੂੰ ਇਹਦੇ ਅੱਗੇ ਮੱਥਾ ਟੇਕ ਦੇ? ਤੇ ਫਿਰ ਮੱਥਾ ਟੇਕਣ ਦਾ ਕੀ ਭਾਵ ਹੁੰਦਾ ਹੈ? ਉਹ ਅਸੀਂ ਆਪਣੇ ਬੱਚਿਆਂ ਨੂੰ ਦਾਜ ਵਿੱਚ ਦੇਣਾ ਹੈ, ਆਪਣੇ ਬੱਚਿਆਂ ਨੂੰ ਦੱਸਣਾ ਹੈ। ਕਿਉਂਕਿ ਅੱਜ ਮੇਰੀ ਉਹ ਛੋਟੀ ਭੈਣ ਬੀਨਾ ਨੇ ਕਿਹਾ ਕੁਝ ਟੀਨੇਜ ਬਾਰੇ ਗੱਲ ਕਰਨਾ। ਸੋ ਕੀ ਹੁੰਦੀ ਉਹ ਟੀਨੇਜ? ਪਹਿਲੇ ਗੱਲ ਕਰਦੇ ਆ ਬਾਹਰ ਦੀ, ਗੁਰਬਾਣੀ ਦੀ। ਜਦੋਂ ਤੁਸੀਂ ਖੂਬਸੂਰਤੀ ਦੇਖੋਗੇ, ਜਦੋਂ ਤੁਸੀਂ ਗੁਰਬਾਣੀ ਨੂੰ ਇਸ ਲਹਿਜ਼ੇ ਨਾਲ ਪੜੋਗੇ ਨਾ, ਤੁਹਾਡੇ ਮੂੰਹ ਚੋਂ ਨਿਕਲੇਗਾ ਵਾਹ ਕਿਆ ਕਮਾਲ ਦੀ ਬਾਣੀ ਹੈ। ਕਿਉਂ ਕਮਾਲ ਦੀ ਹੈ? ਪਹਿਲੇ ਫਿਜ਼ੀਕਲ ਨੂੰ ਦੇਖੋ। ਟੀਨੇਜ ਦਾ ਮਤਲਬ ਯੰਗਸਟਰਸ ਦਾ ਮਤਲਬ ਜਵਾਨ ਹੋਣਾ। ਫਿਜ਼ੀਕਲ ਵਿੱਚ ਬਾਇਓਲੋਜੀਕਲੀ ਅਸੀਂ ਕਿਹਨੂੰ ਕਹਿੰਦੇ ਆ ਕਿ ਉਹ ਜਵਾਨ ਹੋ ਗਿਆ? ਗੁਰਬਾਣੀ ਦੀ ਇਹ ਖੂਬਸੂਰਤੀ ਹੈ ਕਿ ਪਹਿਲੇ ਬਾਹਰ ਦਾ ਸੀਨ ਵਿਜ਼ੂਅਲਾਈਜ਼ ਕਰਦੀ ਹੈ, ਪਿਕਚਰਾਈਜ਼ ਕਰਦੀ ਹੈ, ਪੂਰਾ ਸੀਨ ਸਾਡੇ ਸਾਹਮਣੇ ਕਲੀਅਰ ਕਰ ਦਿੰਦੀ ਹੈ। ਫਿਰ ਅਕੋਰਡਿੰਗ ਟੂ ਜੋ ਬਾਹਰ ਦਾ ਫਿਜ਼ੀਕਲ ਸੀਨ ਹੈ, ਉਸ ਵੈਸੀ ਸਟੇਟ ਆਫ ਮਾਈਂਡ ਬਣਾਉਂਦੀ ਹੈ। ਸਟੇਟ ਆਫ ਮਾਈਂਡ ਨੂੰ ਦੇਖਣ ਦਾ ਮਿਰਰ ਕੀ ਹੈ? ਗੁਰਬਾਣੀ। ਗੁਰਬਾਣੀ ਇੱਕ ਮਿਰਰ ਹੈ, ਇੱਕ ਸ਼ੀਸ਼ਾ ਹੈ ਜਿਹਦੇ ਤੋਂ ਮੈਂ ਆਪਣੀ ਇਨਰ ਸਟੇਟ ਆਫ ਮਾਈਂਡ ਨੂੰ ਚੈੱਕ ਕਰ ਸਕਦਾ। ਮੇਰੇ ਕੋਲ ਕੈਸੀਆਂ ਸੋਚ ਨੇ, ਮੈਂ ਕਿਹੜੀ ਸੋਚ ਦਾ ਮਾਲਕ ਹਾਂ। ਠੀਕ ਹੈ? ਸੋ ਪਹਿਲੇ ਫਿਜ਼ੀਕਲ ਦੱਸਦੇ ਨੇ। ਸੋ ਪਹਿਲੇ ਸਾਰੇ ਵਿੱਚ ਕੋਈ ਲੈਕਚਰ ਨਹੀਂ ਕਰਨਾ, ਅਸੀਂ ਸਾਰੇ ਇੱਕ ਫੈਮਿਲੀ 'ਚ ਬੈਠੇ ਹਾਂ। ਲੈਟਸ ਗੱਲ ਕਰੀਏ, ਕਿਉਂਕਿ ਸਾਰਿਆਂ ਨੂੰ ਪਤਾ ਹੈ ਏਜ ਕੀ ਹੁੰਦੀ ਹੈ। ਫਿਜ਼ੀਕਲ ਯੰਗਸਟਰ ਕਿਹਨੂੰ ਕਹਿੰਦੇ ਨੇ? ਦੱਸੋ। ਫਿਜ਼ੀਕਲੀ ਯੰਗ ਬਾਹਰੋਂ ਦੇਖ ਕੇ ਇੱਕਦਮ ਪਤਾ ਲੱਗ ਜਾਂਦਾ ਹੈ ਇਹ ਪਰਸਨ ਯੰਗ ਹੈ। ਕਿਵੇਂ? ਕਮ ਔਨ। growth ਹੁੰਦੀ ਹੈਗੀ, you can see the growth, body changes are there, so which growth exactly? ਕਿਸ growth ਨੂੰ ਅਸੀਂ ਜਵਾਨ ਕਹਿੰਦੇ ਆ? ਉਸ ਟਾਈਮ growth ਹੋ ਨਹੀਂ ਰਹੀ, ਹੋ ਚੁੱਕੀ ਹੈ। ਬਚਪਨ ਤੋਂ ਜਵਾਨ grow ਕਰ ਚੁੱਕਿਆ ਹੈ। ਇੱਕ ਬੱਚੇ ਨੂੰ ਦੇਖ ਕੇ ਕਹਿੰਦੇ ਆ ਬੱਚਾ ਹੈ, ਇੱਕ ਬੱਚੇ ਨੂੰ ਦੇਖ ਕੇ ਕਹਿੰਦੇ ਆ ਜਵਾਨ ਹੈ। ਕੀ ਫਰਕ ਹੈ ਫਿਜ਼ੀਕਲ ਵਿੱਚ? ਉਹ grow ਕਰ ਰਿਹਾ ਹੈ, ਇਹ ਮੈਚੁਰ ਹੋ ਗਿਆ ਹੈ। ਸੋਚਣੀ ਅਸੀਂ ਨਹੀਂ ਪੜ ਸਕਦੇ, ਅਸੀਂ ਅੰਤਰਜਾਮੀ ਹੀ ਨਹੀਂ ਆ। ਕਿਸੇ ਬੱਚੇ ਦੀ ਸੋਚ ਨਹੀਂ ਪੜੀ ਜਾ ਸਕਦੀ। ਸ਼ਕਲ ਦੇਖ ਕੇ ਇੰਦਰੇ ਪੱਕ ਗਏ ਨੇ, ਸੈਂਸਿਸ ਜਵਾਨ ਹੋ ਗਏ ਨੇ, ਅੱਖਾਂ ਪੂਰੀਆਂ ਜਵਾਨ ਨੇ, ਕੰਨ ਪੂਰੇ ਜਵਾਨ ਨੇ, ਗਰੋ ਕਰਨੋਂ ਰਹਿ ਗਏ, ਬਸ ਦੈਟਸ ਇਟ। ਇਹ ਹੈਗੀ ਮੈਚਿਓਰਿਟੀ। ਮੈਚਿਓਰ ਦੇ ਲਫ਼ਜ਼ੀ ਅਰਥ ਕੀ ਹੁੰਦੇ ਨੇ? ਮੈਚਿਓਰ ਹੋ ਗਿਆ ਮੀਨਸ ਪੱਕ ਗਿਆ। ਕੱਚੇ ਤੋਂ ਪੱਕਣਾ, ਮੈਚਿਓਰ ਹੋਣਾ, ਇਹੀ ਹੈ। ਯੰਗ ਕਿਹਨੂੰ ਕਹਿੰਦੇ ਆ? ਅੱਖਾਂ ਜਵਾਨ, ਕੰਨ ਜਵਾਨ, ਜੀਭਾ ਜਵਾਨ, ਹੱਥ ਜਵਾਨ। ਜਵਾਨ ਦੇ ਹੱਥਾਂ 'ਚ, ਬੱਚੇ ਦੇ ਹੱਥਾਂ 'ਚ, ਬੁਢਾਪੇ ਦੇ ਹੱਥਾਂ 'ਚ ਫਰਕ ਹੈ। ਜਵਾਨ ਦੀਆਂ ਟੰਗਾਂ 'ਚ, ਬੱਚੇ ਦੀਆਂ ਟੰਗਾਂ 'ਚ, ਬੁਢਾਪੇ ਦੀਆਂ ਟੰਗਾਂ 'ਚ ਫਰਕ ਹੈ। ਜਵਾਨ ਦੀਆਂ ਟੰਗਾਂ ਬਿਲਕੁਲ ਸਟਰੈਂਥ ਵਾਲੀਆਂ ਨੇ, ਠੀਕ ਹੈ। ਜਵਾਨ ਦੇ ਹੱਥ ਬਿਲਕੁਲ ਪੱਕੇ। ਜਵਾਨ ਸਾਹਮਣੇ ਖੜਾ ਹੈ, ਬੁਢਾਪਾ ਵੀ ਕਹੇਗਾ ਉਹਨੂੰ ਮੇਰੀ ਹੈਲਪ ਕਰੀ, ਤੇ ਬੱਚੇ ਨੂੰ ਵੀ ਕਹੀਦਾ ਹੈਗਾ ਜਵਾਨ ਭੈਣ ਭਰਾ ਦੀ ਹੈਲਪ ਲੈ ਲੈ।
ਫਿਜ਼ੀਕਲ ਨੂੰ ਪਹਿਲੇ ਸਾਰਾ ਪਿਕਚਰਾਈਜ਼ ਕਰੋ। ਜਵਾਨ ਕੌਣ ਹੁੰਦਾ ਹੈ? ਹੁਣ ਗੱਲ ਕਰੀਏ। ਜਵਾਨ ਪੱਕ ਗਿਆ। ਕੁੜੀਆਂ ਦਾ ਤਾਂ ਪਤਾ ਲੱਗ ਜਾਂਦਾ ਜਦੋਂ ਪੈਰ ਛਟਕ ਕੇ ਚਾਨੀਆਂ ਫਿਰ ਜਵਾਨ ਹੋ ਜਾਂਦੇ ਮਤਲਬ। ਜੀ ਪਰ ਉਹ ਖਾਲੀ ਉਹ ਬੁਢਾਪਾ ਵੀ ਕਰ ਰਿਹਾ ਹੈ। ਅਰਵਿੰਦ ਛੋਟੇ ਵੀ ਕਰਦੇ ਆ ਜਿਹੜੇ ਇੰਨੀਆਂ ਹਾਂ ਨਹੀਂ, ਉਹ ਪੈਰ ਛੱਟਣਾ ਤੇ ਬੁਢਾਪੇ ਨੂੰ ਵੀ ਭੁਲੇਖਾ ਹੈਗਾ ਮੈਂ ਜਵਾਨ ਆ। ਜੀ ਸੋ ਅਸੀਂ ਗੁਰਬਾਣੀ ਰਾਹੀਂ ਦੇਖ ਰਹੇ ਹਾਂ, ਗੁਰਪੂਰੇ ਵਜੀ ਵਧਾਈ ਨਾਨਕ ਜਿੱਤਾ ਬਿਖਾੜਾ ਜੀਓ। ਜਿੱਤ ਲਿੱਤਾ। ਵਧਾਈ ਕਦੋਂ ਵਜੀ? ਕੱਚੇ ਤੋਂ ਪੱਕਾ ਹੋ ਗਿਆ ਵਧਾਈ ਵਜਣਾ। ਬਚਪਨ ਤੋਂ ਜਵਾਨ ਹੋ ਗਿਆ ਵਧਾਈ ਵਜਣਾ। ਹੁਣ ਮੈਂ ਥੋੜਾ ਜਿਹਾ ਪਹਿਲੇ ਮੈਂ ਬਾਇਓਲੋਜੀਕਲ ਸਮਝ ਰਹੀ ਸੀ, ਫਿਰ ਮੈਂ ਦੇਖ ਰਹੀ ਸੀ ਕਿ ਅੰਦਰ ਕਿਹੜੇ ਚੇਂਜਸ ਆਉਂਦੇ ਨੇ ਸਿਸਟਮਸ ਵਿੱਚ। ਸਿਸਟਮ ਦੇ ਵਿੱਚ ਚੇਂਜ ਆਉਂਦਾ ਹੈ ਜਦੋਂ ਸਪੈਸ਼ਲੀ ਜਦੋਂ ਇੱਕ ਬੱਚੀ ਜਵਾਨ ਹੁੰਦੀ ਹੈ। ਇਹ ਸਾਰੀ ਗੱਲ ਮੈਨੂੰ ਗੁਰਬਾਣੀ ਨੇ ਸਮਝਾਈ ਹੈ। ਗੁਰਬਾਣੀ ਦੇ ਸ਼ਬਦਾਂ ਰਾਹੀਂ ਮੈਂ ਸਮਝੀ ਹਾਂ ਸਿਸਟਮ ਕਿਹੜਾ ਜਵਾਨ ਹੋਇਆ ਹੈ। ਉਹਦੇ ਅੰਦਰ ਇੱਕ ਪੀਰੀਅਡ ਸ਼ੁਰੂ ਹੁੰਦਾ ਹੈ ਨਾ, ਜਿਹਨੂੰ ਅਸੀਂ ਮੰਥਲੀ ਕਹਿੰਦੇ ਆ। ਉਹ ਵਾਲੀ ਗੱਲ ਗੁਰਬਾਣੀ ਦੱਸਦੀ ਹੈ। ਜੇ ਅਸੀਂ ਆਪਣੇ ਬੱਚਿਆਂ ਨਾਲ ਇਹ ਵਾਲੀ ਗੱਲ ਕਰਾਂਗੇ, ਸਾਡੇ ਬੱਚਿਆਂ ਦਾ ਗੁਰਬਾਣੀ ਨਾਲ ਪਿਆਰ ਪਏਗਾ। ਸਰੀਰ ਵਿੱਚ ਕੀ ਹੁੰਦਾ ਹੈ? ਸਰੀਰਕ ਨਿਰਮਾਵਲੀ ਜਦੋਂ ਪਕਿਆਈ ਵੱਲ ਜਾਂਦੀ ਹੈ ਤੇ ਉਹਦੇ ਵਿੱਚ ਓਵਰੀਜ਼ ਡਿਵੈਲਪ ਹੁੰਦੀਆਂ ਨੇ। ਅਸੀਂ ਪੜ੍ਹਦੇ ਹਾਂ ਸਾਇੰਸ, ਹੈ ਨਾ। ਓਵਰੀਜ਼ ਡਿਵੈਲਪ ਹੋਈਆਂ ਨਾ, ਤੇ ਓਵਰੀਜ਼ ਡਿਵੈਲਪ ਹੋਣ ਦਾ ਮਤਲਬ ਹੈ ਇੱਕ ਐਗ ਐਵਰੀ ਮੰਥ ਓਵਰੀ ਵਿੱਚੋਂ ਰਿਲੀਜ਼ ਹੁੰਦਾ ਹੈ। ਬਿਲਕੁਲ ਸਹੀ, ਠੀਕ ਹੈ। ਉਹ ਐਗ ਕਿਦਾ ਸਿੰਪਟਮ ਹੈ, ਉਹ ਐਗ ਕਿਦਾ ਚਿੰਨ ਹੈ? ਆਪਣੇ ਵਰਗਾ ਹੋਰ ਕ੍ਰੀਏਟ ਕਰਨ ਲਈ ਤਿਆਰ। ਬਿਲਕੁਲ ਸਹੀ, ਠੀਕ ਹੈ। ਸੋ ਹੁਣ ਇਹਨੂੰ ਅਸੀਂ ਸਟੇਟ ਆਫ, ਇਹਨੂੰ ਗੁਰਬਾਣੀ ਕਹਿੰਦੇ ਨੇ ਹੁਕਮ ਬੂਝਣਾ। ਇਸ ਚੀਜ਼ ਨੂੰ ਹੁਣ ਸਟੇਟ ਆਫ ਮਾਈਂਡ ਤੇ ਲੈ ਕੇ ਆਈਏ। ਜਦੋਂ ਮੈਂ ਇਤਨਾ ਸੋਚ ਵਿੱਚ ਇਤਨਾ ਪੱਕ ਗਿਆ ਵਾਂ ਕਿ ਮੈਂ ਕਿਸੇ ਤੋਂ ਆਊਟਰ ਇਨਫਲੂਐਂਸ ਲੈ ਕੇ ਕੱਚਾ ਨਹੀਂ ਹੋਵਾਂਗਾ, ਆਪਣੇ ਵਰਗੀ ਹੋਰ ਪਰਸਨੈਲਿਟੀ ਕ੍ਰੀਏਟ ਕਰ ਸਕਦਾ ਵਾਂ, ਪਰ ਕਿਸੇ ਕਰਕੇ ਮੈਂ ਡਿੱਗ ਨਹੀਂ ਸਕਦਾ। ਇੰਨੀ ਗੱਲ ਕਲੀਅਰ ਹੋਈ? ਐਗ ਰਿਲੀਜ਼ ਹੋਣਾ ਸਿੰਪਟਮ ਹੈਗਾ, ਇੱਕ ਹੋਰ ਪਰਸਨੈਲਿਟੀ ਕ੍ਰੀਏਟ ਕਰ ਸਕਦਾ ਹੈ। ਜਿਸ ਵੀ ਸਟੇਟ ਆਫ, ਹੁਣ ਗੁਰਬਾਣੀ ਸਰੀਰਕ ਤੇ ਨਹੀਂ ਆਂਦੀ। ਸਰੀਰ ਜਵਾਨ ਆਪਣੇ ਵਰਗਾ ਹੋਰ ਕ੍ਰੀਏਟ ਕਰ ਸਕਦਾ ਹੈ ਜਾਂ ਨਹੀਂ ਕਰ ਸਕਦਾ, ਪਰ ਬਚਪਨ ਵਿੱਚ ਹੈ, ਸਰੀਰ ਵਿੱਚ ਜਵਾਨ ਵਿੱਚ ਹੈ, ਭਾਵੇਂ ਬੁਢਾਪੇ ਵਿੱਚ ਹੈ, ਤੂੰ ਬਾਹਰ ਦਾ ਕਿਸੇ ਦਾ ਰੂਪ ਰੰਗ ਦਾ ਇਨਫਲੂਐਂਸ ਲੈ ਕੇ ਡਿੱਗੇਗਾ ਨਹੀਂ, ਸਗੋਂ ਆਪਣੇ ਵਰਗਾ ਹੋਰ ਮਨੁੱਖ, ਆਪਣੇ ਸੁਭਾਅ ਵਰਗਾ ਹੋਰ ਮਨੁੱਖ ਜਦੋਂ ਤੂੰ ਤਿਆਰ ਕਰ ਸਕਦਾ ਹੈ, ਤਾਂ ਤੂੰ ਰੀਅਲ ਮੈਨੇ ਚ ਕੌਣ ਹੈ? ਜਵਾਨ। Is it clear? ਬਿਲਕੁਲ clear? So according to ਗੁਰਬਾਣੀ, ਜਵਾਨੀ ਦਾ ਮਤਲਬ ਹੈ ਸ਼ਰੀਰ ਨਹੀਂ। ਕਿਉਂ ਸ਼ਰੀਰ ਨਹੀਂ? ਜਦੋਂ ਗੁਰਬਾਣੀ ਕਹਿੰਦੀ ਹੈ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਫਿਰ ਜੋਤ ਦੀ ਕਿਹੜੀ ਉਮਰ ਕਵਾਂਗੇ? ਜੋਤ means ਪ੍ਰਕਾਸ਼। ਪ੍ਰਕਾਸ਼ means ਚਾਨਣ, enlightened, aware, alert। ਮਨ ਤੈਨੂੰ ਜਿਹੜਾ ਮਿਲਿਆ ਹੈ ਨਾ, ਉਹ ਸਰੀਰ ਤੈਨੂੰ ਜਿਹੜਾ ਮਨ ਦਿੱਤਾ ਹੈ ਨਾ ਪਰਮਾਤਮਾ ਨੇ, ਉਹ ਇਹ ਚੀਜ਼ ਦਿੱਤੀ ਹੈ, ਇੱਕ ਪ੍ਰਕਾਸ਼ ਦਿੱਤਾ, ਇੱਕ ਚਾਨਣ ਦਿੱਤਾ, ਇੱਕ ਅਲਰਟਨੈਸ ਦਿੱਤੀ ਹੈ। ਤੇ ਜਿਹੜੇ ਵੀ ਇਨਸਾਨ ਕੋਲ ਮਨ ਹੈ, ਕੁਦਰਤ ਦੇ ਕਰਤੇ ਨੇ, ਕ੍ਰੀਏਟਰ ਨੇ ਤੇ ਜੋਤ ਸਰੂਪ ਦਿੱਤਾ ਸੀ। ਉਹਦੇ ਵਿੱਚ ਵਿਗਾੜ ਕਿੰਨੇ ਪਾਇਆ? ਸੈਂਸਸ ਨੇ। ਆਊਟਰ ਇਨਫਲੂਐਂਸ ਲੈ ਲੈ ਕੇ ਆਪਣੇ ਜੋਤ ਸਰੂਪ ਮਨ ਨੂੰ ਰਿਅਲਾਈਜ਼ ਨਾ ਕਰਕੇ ਮੈਲਾ ਕਰ ਲਿੱਤਾ। ਹੁਣ ਵਾਪਸ ਸਾਡੀ ਵਧਾਈ ਜਦੋਂ ਵਜਵਾਈ ਹੈ ਗੁਰੂ ਪਾਤਸ਼ਾਹ ਨੇ, ਮੈਂ ਸਿਰਫ ਜਵਾਨੀ ਦੇ ਉੱਤੇ ਕੱਲ ਲਿਖ ਰਹੀ ਸੀ, ਜਦੋਂ ਮੈਨੂੰ ਬੀਨਾ ਨੇ ਕਿਹਾ
ਤੇ ਮੈਂ ਉਹਦੇ ਵਿੱਚ ਇਹੀ ਲਿਖਿਆ, ਜਦ ਮੈਂ ਆਪਣੇ ਸੁਭਾਅ ਵਿੱਚ ਦ੍ਰਿੜਤਾ ਪਾ ਲੈਂਦਾ ਹਾਂ ਤੇ ਮੈਂ ਆਪਣੇ ਵਰਗਾ ਹੋਰ ਬਣਾਉਣ ਲਈ ਤਿਆਰ ਹੋ ਗਿਆ ਹਾਂ। ਐਟ that moment I am ਜਵਾਨ। ਕ੍ਰੀਏਟਰ ਕਾਈਂਡ ਆਫ ਕ੍ਰੀਏਟਰ, ਜਦੋਂ ਤੁਸੀਂ ਆਪਣੇ ਆਪ ਨੂੰ, ਜਦੋਂ ਮੇਰੇ ਨਾਲ ਮੇਰੀ ਕੋਈ ਦੋਸਤ ਮਿਲੇ, ਮੇਰੇ ਨਾਲ ਮੇਰਾ ਕੋਈ ਸਾਥੀ ਮਿਲੇ, ਮੇਰੇ ਨਾਲ ਮੇਰੇ ਬੱਚੇ ਬੈਠਣ ਤੇ ਮੈਂ ਜਿਹੜੀ ਸੁਭਾਅ ਚ ਪਕਿਆਈ ਲਈਏ, ਮੈਂ ਉਹਦਾ ਇਨਫਲੂਐਂਸ ਨਾ ਲੈ ਕੇ ਜਿਹੜਾ ਵਿਜ਼ਡਮ ਵਾਲੀ ਗੱਲ ਹੈ ਉਹਦੇ ਨਾਲ ਸ਼ੇਅਰ ਕਰਕੇ ਉਹਨੂੰ ਆਪਣੇ ਵਰਗਾ ਬਣਾ ਜਾਵਾਂ। ਸੈਕਿੰਡ ਪਰਸਨੈਲਿਟੀ ਦਾ ਮੈਂ ਇਨਫਲੂਐਂਸ ਨਹੀਂ ਲਾਂਗਾ, ਸਗੋਂ ਮੇਰੇ ਅੰਦਰ ਇਤਨਾ ਦਮ ਹੋਣਾ ਚਾਹੀਦਾ ਕਿ ਮੈਂ ਆਪਣਾ ਸੁਭਾਅ ਨੂੰ ਦੇਣ ਜੋਗਾ ਹੋ ਜਾਵਾਂ। ਉਹਨੂੰ ਕਹਿੰਦੇ ਨੇ ਯੰਗ ਰਹਿਣਾ, ਹਮੇਸ਼ਾ ਜਵਾਨ ਰਹਿਣਾ। ਸੋ ਮੈਂ ਅੱਗੇ ਇਹ ਵੀ ਲਿਖਿਆ ਸੀ, ਸਾਨੂੰ ਆਪਣੇ ਬੱਚਿਆਂ ਦਾ ਬਿਲਕੁਲ ਡਰ ਨਹੀਂ ਹੈ। ਮਤਲਬ ਪੀਅਰ ਪ੍ਰੈਸ਼ਰ ਨਾਲ yes, this is the thing। ਪੀਅਰ ਪ੍ਰੈਸ਼ਰ ਆਏਗਾ ਹੀ ਨਹੀਂ। ਪੀਅਰ ਪ੍ਰੈਸ਼ਰ ਦਾ ਮਤਲਬ ਹੈ ਬੁਢਾਪਾ ਆਣਾ। ਪਹਿਲੇ ਮੈਂ ਆਪਣੇ ਬੱਚਿਆਂ ਨੂੰ ਇਸ ਕਰਕੇ ਵਧਾਈ ਦੇ ਰਹੀ ਹਾਂ, ਅਸੀਂ ਆਪਣੇ ਬੱਚਿਆਂ ਲਈ ਬਿਲਕੁਲ ਨਹੀਂ ਡਰਦੇ। ਸਾਡੇ ਬੱਚੇ ਸਾਡੇ ਘਰਾਂ ਵਿੱਚ ਉਸ ਮਾਪਿਓ ਨੇ ਐਸੇ ਉਹਨਾਂ ਨੂੰ ਸੰਸਕਾਰ ਦਿੱਤੇ ਨੇ, ਐਸੇ ਸੁਭਾਅ ਦੇ ਸਾਡੇ ਮਾਲਕ ਨੇ। ਸਾਨੂੰ ਆਪਣੇ ਬੱਚਿਆਂ ਦਾ ਮਾਣ ਹੈ ਕਿ ਇਹ ਬਾਹਰੋਂ ਕੋਈ ਪ੍ਰਭਾਵ ਨਹੀਂ ਲੈਣਗੇ। ਇਹ ਇਤਨੇ ਪੱਕੇ ਹੋ ਗਏ ਨੇ, ਜਿਸ ਵੀ ਕੰਪਨੀ 'ਚ ਰਹਿਣਗੇ ਉਹਨਾਂ ਨੂੰ ਆਪਣੇ ਵਰਗਾ ਬਣਾ ਜਾਣਗੇ, ਨਾ ਕਿ ਉਹਨਾਂ ਕੋਲੋਂ ਕੁਝ ਗਲਤ ਲੈਣਗੇ। ਰਾਈਟ? ਸੇ ਅਸੀਂ ਆਪਣੇ ਬੱਚਿਆਂ ਲਈ ਚੇਅਰ ਕਰਦੇ ਹਾਂ, ਸਾਨੂੰ ਆਪਣੇ ਬੱਚਿਆਂ ਤੇ ਮਾਣ ਹੈ। ਇਸੇ ਕਰਕੇ ਫਿਰ ਹੁਣ ਅੱਗੇ ਮੈਨੂੰ ਇਹ ਗੱਲ ਸਮਝ ਆਈ ਕਿ ਜਵਾਨ ਕੌਣ ਹੁੰਦਾ ਹੈ। ਸਰੀਰ ਵੀ ਜਵਾਨ ਉਹ ਹੈ ਜਿਹੜਾ ਖੜਾ ਰਹਿ ਸਕਦਾ ਹੈ ਤੇ ਦੂਜਿਆਂ ਦੀ ਹੈਲਪ ਕਰ ਸਕਦਾ। बुढ़ापा बुरा क्यों है? Isn't age supposed to be like, and that we're trying to जवान होना है and strength? I get that, like the ਬੁਢਾਪਾ ਰਿਜ਼ੈਂਬਲ ਕਰ ਰਿਹਾ ਵੀਕਨੈਸ ਨੂੰ। ਐਕਚੁਅਲੀ ਉਹਨੂੰ ਐਗਜ਼ੈਕਟਲੀ ਉਹ ਬੁਢਾਪਾ ਨਹੀਂ ਕਹਿ ਰਹੇ ਨੇ ਕਿ ਜਿਹੜਾ ਫਿਜ਼ੀਕਲੀ ਤੁਸੀਂ ਫਿਜ਼ੀਕਲ ਨਹੀਂ, ਸਟੇਟ ਆਫ ਮਾਈਂਡ। ਮਾਈਂਡ ਦੀ ਬੁਢਾਪਾ Okay. ਵੀਕਨੈਸ ਦੀ ਰਿਜ਼ੈਂਬਲ ਕਰਦਾ ਹੈ। okay. ਗੁਰਬਾਣੀ Because also like बुढ़ापा then all that's like experience as well. yeah, In the state of mind, which is good. It depends, it's good or not। Oh, it's I understand, but it's not true. good point ਹੈ। It's a good point. ਕਿਉਂ ਲੈ ਰਹੇ ਆ? Yeah, it's a ਖਾਲੀ good ਨੂੰ point. ਨੈਗੇਟਿਵ ਹੀ ਜਿਨ੍ਹਾਂ ਕਰ ਨੇ ਰਹੇ ਸਾਰੇ ਬਜ਼ੁਰਗ ਸਿਆਣੇ ਹੁੰਦੇ ਹਨ। ਉਹਦੀ ਗੱਲ ਨਹੀਂ, ਇੱਥੇ ਫਿਰ Yeah. ਇਹ ਜਿਹੜੀ ਤੁਸੀਂ ਬੱਚੇ ਗੱਲ ਕਰ ਰਹੇ ਹੋ ਬਜ਼ੁਰਗਾਂ ਦਾ ਤਜਰਬਾ, ਉਹਨੂੰ ਫਿਰ ਅਸੀਂ ਕਿਸ ਕਸਵੱਟੀ ਤੇ ਦੇਖਣਾ ਹੈ? ਵਿਜ਼ਡਮ ਦੀ ਕਸਵੱਟੀ। ਅਕੋਰਡਿੰਗ ਟੂ ਵਿਜ਼ਡਮ ਸਿਆਣੇ ਨੇ ਜਾਂ ਅਕੋਰਡਿੰਗ ਟੂ ਸੋ ਕਾਲਡ ਤਜਰਬਾ ਸਿਆਣੇ ਨੇ? Without ਜਦੋਂ ਸੋ ਕਾਲਡ taking ਤਜਰਬੇ ਨਾਲ the ਸਿਆਣੇ ਹੁੰਦੇ ਨੇ ਉਹ ਹਮੇਸ਼ਾ ਹੀ ਕਹਿੰਗੇ ਆਈ ਐਮ ਰਾਈਟ। arrogant people talking. ਤੇ ਜਦੋਂ ਵਿਜ਼ਡਮ ਨਾਲ ਸਿਆਣੇ ਹੋਣਗੇ ਤੇ ਉਹ ਫਲੈਕਸੀਬਲ ਹੋਣਗੇ। ਉਹਨਾਂ ਨੂੰ ਪਤਾ ਹੈ ਕਿ ਅਸੀਂ ਸਾਹਮਣੇ ਵਾਲੇ ਨਾਲ ਕਿਵੇਂ ਗੱਲ ਕਰਨੀ ਹੈ। ਉਹ ਦੂਸਰੇ ਦੇ ਸ਼ੂ ਵਿੱਚ ਪੈਰ ਪਾ ਕੇ ਦੇਖ ਸਕਦੇ ਨੇ, ਦੂਜੇ ਨਾਲ ਅੰਡਰਸਟੈਂਡ ਕਰ ਸਕਦੇ ਨੇ, ਦੂਜੇ ਨੂੰ ਕਮਿਊਨੀਕੇਸ਼ਨ ਕਰ ਸਕਦੇ ਨੇ। ਉਹਨੂੰ ਕਹਿੰਦੇ ਨੇ ਤਜਰਬਾ। ਦੀਦੀ ਉਹੀ ਆਨਸਰ ਉਹਦੇ ਕੁਐਸਚਨ ਦਾ ਵੀ ਹੋ ਗਿਆ, ਕਿਉਂਕਿ ਇਹ ਨੇ ਕਿਹਾ ਕਿ ਅਸੀਂ ਜਿਹੜਾ ਅਸੀਂ ਕਹਿੰਦੇ ਆ ਨਾ ਕਿ ਅਸੀਂ ਦੂਸਰੇ ਤੋਂ ਨਹੀਂ ਲੈਣਾ, ਅਸੀਂ ਦੇਣਾ ਹੈ। ਵੀ ਅਸੀਂ ਉਹਨੇ ਸਟਕ ਕਿਉਂ ਹੋ ਜਾਈਏ? ਹੋ ਸਕਦਾ ਸਾਨੂੰ ਚੰਗਾ ਮਾਹੌਲ ਮਿਲ ਰਿਹਾ ਤੇ ਅਸੀਂ ਲੈਣਾ। ਸੋ ਅਸੀਂ ਅਕੋਰਡਿੰਗ ਟੂ ਵਿਜ਼ਡਮ ਅਸੀਂ ਵਿਜ਼ਡਮ ਦੇ ਹਿਸਾਬ ਅਸੀਂ ਨਾਲ ਗੱਲ ਕਰ ਰਹੇ ਲੈਣਾ ਹਾਂ ਹੈ। ਇਨਫਲੂਐਂਸ ਲੈਣ ਦੀ। ਇਹਦੇ ਚ ਇਨਫਲੂਐਂਸ ਔਰ ਟੀਚਿੰਗ ਵਿੱਚ ਫਰਕ ਹੁੰਦਾ ਹੈ। ਟੀਚਿੰਗ ਲੈਣ ਅਸੀਂ ਤਿਆਰ ਹਾਂ, ਇਨਫਲੂਐਂਸ ਲੈਣ ਅਸੀਂ ਤਿਆਰ ਨਹੀਂ ਹਾਂ। ਇਨਫਲੂਐਂਸ ਇਜ਼ ਆਲਵੇਜ਼ ਆਊਟਰ, Okay. ਟੀਚਿੰਗ ਇਜ਼ ਆਲਵੇਜ਼ ਇਨਰ Okay. to be a better personality। ਸੋ ਇਨਫਲੂਐਂਸ ਦੀ ਗੱਲ ਕੀਤੀ ਜਾ ਰਹੀ ਹੈ ਹਰ ਜਗ੍ਹਾ। ਇਨਫਲੂਐਂਸ ਇਨਸਾਨ ਹਮੇਸ਼ਾ ਬਾਹਰ ਦੇ ਰੂਪ ਰੰਗ ਦਾ ਲੈਂਦਾ ਹੈ, Okay. ਸੋ ਮੈਟੀਰੀਅਲਿਸਟਿਕ ਲੈਂਦਾ ਹੈ। ਇਨਫਲੂਐਂਸ ਹਮੇਸ਼ਾ, ਇਨਫਲੂਐਂਸ ਵਿੱਚ ਵਿਜ਼ਡਮ ਸੋਚ ਨਹੀਂ ਹੁੰਦੀ। ਠੀਕ ਹੈ। ਇਨਫਲੂਐਂਸ ਨੂੰ ਉਹ ਵਿਜ਼ਡਮ ਨਾਲ ਨਹੀਂ ਵੇਖਦਾ। ਉਹ ਕਹਿੰਦਾ ਬਸ ਕਰਨਾ ਹੈ ਤਾਂ ਕਰਨਾ ਹੈ, ਉਹਦੇ ਰਿਜ਼ਲਟਸ ਵੇਖ ਕੇ ਨਹੀਂ ਚੱਲਦਾ। ਵਿਜ਼ਡਮ ਵਿੱਚ ਹਮੇਸ਼ਾ ਰਿਜ਼ਲਟ ਵੇਖ ਕੇ ਚੱਲਦਾ। ਫਾਰ ਸਾਈਟਿਡਨੈਸ ਹੁੰਦੀ ਹੈ, ਪਲੱਸ ਮਾਈਨਸ ਦੀ ਸੋਚ ਹੁੰਦੀ ਹੈ। ਜਦੋਂ ਪਲੱਸ ਮਾਈਨਸ ਦੀ ਸੋਚ ਹੈਗੀ ਹੈ ਉਹ ਤੇ ਹਰ ਕਿਸੇ ਨੇ ਲੈਣੀ ਹੈ। Okay. ਠੀਕ ਹੈ ਨਾ? ਹਾਂਜੀ। ਸੋ ਜਵਾਨ ਫਿਜ਼ੀਕਲ ਔਰ ਸਟੇਟ ਆਫ ਮਾਈਂਡ ਦੋਨਾਂ ਨੂੰ ਇਕੱਠੇ ਲੈ ਕੇ ਚੱਲਾਂਗੇ। ਪਹਿਲੇ ਫਿਜ਼ੀਕਲ ਨੂੰ ਦੇਖਾਂਗੇ ਜਵਾਨ ਕਿਹਨੂੰ ਕਹਿੰਦੇ ਨੇ।
ਜਵਾਨ ਜਿਹੜਾ ਹੁੰਦਾ ਪ੍ਰੋਪਰਲੀ ਖੜਾ ਹੋ ਜਾਂਦਾ ਹੈ, ਉਹ ਡਿੱਗਦਾ ਨਹੀਂ ਹੈ। ਜਿਹੜਾ ਖੜਾ ਹੈ ਉਹੀ ਦੂਜੇ ਦੀ ਹੈਲਪ ਕਰ ਸਕਦਾ ਹੈ। ਹੁਣ ਆ ਜਾਓ ਸਟੇਟ ਆਫ ਮਾਈਂਡ ਤੇ। ਪਹਿਲੇ ਜਦੋਂ ਮੈਂ ਆਪ ਖੜਾ ਹਾਂ ਤਾਂ ਹੀ ਮੈਂ ਕਿਸੇ ਖੜੇ ਹੋਣ ਲਈ ਕਿਸੇ ਦੀ ਹੈਲਪ ਕਰ ਸਕਦਾ। ਜੇ ਮੈਂ ਹਲੇ ਆਪ ਹੀ ਡਿੱਗ ਰਿਹਾ ਨਿੱਕੀ ਨਿੱਕੀ ਗੱਲ ਤੇ, ਕਿੱਥੇ ਕਿੱਥੇ ਪੀਅਰ ਪ੍ਰੈਸ਼ਰ ਕਦੋਂ ਹੈ? ਡਿਗਾਉਂਦਾ ਹੈ। ਕੰਪਲੇਨਸ ਕਦੋਂ ਨੇ? ਡਿਗਾਉਂਦੀਆਂ ਨੇ। ਕੰਪੇਅਰ ਕਦੋਂ ਹੈ? ਡਿਗਾਉਂਦੇ ਨੇ। ਜੇ ਮੇਰੇ ਵਰਗੀ ਮਾਂ ਆਪਣੇ ਨਾਲ ਵੀ ਕੰਪੇਅਰ ਕਰਨ ਲੱਗ ਜਾਏ ਨਾ ਤਾਂ ਵੀ ਮੈਂ ਡਿੱਗੀ ਹੋਈ ਹਾਂ। ਮੈਂ ਇਤਨੇ ਸਾਲ ਦੀ ਸੀ ਤੇ ਇਹ ਕਰ ਲੈਂਦੀ ਸੀ, ਤੂੰ ਨਹੀਂ ਕਰ ਸਕਦੀ। ਵਾਈ ਆਰ ਯੂ ਕੰਪੇਅਰਿੰਗ ਵਿਦ ਯੋਰਸੈਲਫ? ਤੂੰ ਕੋਈ ਕਸਵੱਟੀ ਥੋੜੀ ਨਾ, ਯੂ ਆਰ ਨਾਟ ਆਲਵੇਜ਼ ਰਾਈਟ। ਆਪਣੇ ਨਾਲ ਕੰਪੇਅਰ ਕਿਉਂ? ਦੋ ਨਾਲ ਕੰਪੇਅਰ ਕਿਉਂ? ਕੰਪੈਰੀਜ਼ਨ ਵਿੱਚ ਹਮੇਸ਼ਾ ਇਨਸਾਨ ਡਿੱਗਿਆ ਹੋਇਆ ਹੈ। ਅਤੁਲ ਕਿਉਂ ਤੋਲਿਆ ਜਾਏ? ਗੁਰਬਾਣੀ ਕਹਿੰਦੀ ਹੈ ਪਰਮਾਤਮਾ ਅਤੁਲ ਹੈ, ਤੇ ਫਿਰ ਤੁਲ ਨੂੰ ਇੱਕ ਪਾਸੇ ਇੱਕ ਬੱਚੇ ਨੂੰ ਰੱਖ ਕੇ ਦੂਜੇ ਪਾਸੇ ਦੂਜੇ ਬੱਚੇ ਨੂੰ ਰੱਖ ਕੇ ਤੋਲ ਰਹੀ ਹੈ। ਇੱਕ ਪਾਸੇ ਇੱਕ ਕੰਟਰੀ ਨੂੰ ਰੱਖ ਕੇ ਦੂਜੇ ਪਾਸੇ ਦੂਜੀ ਕੰਟਰੀ ਨੂੰ ਰੱਖ ਕੇ ਤੋਲ ਰਹੇ ਆ। ਇੱਕ ਪਾਸੇ ਇੱਕ ਮੌਸਮ ਨੂੰ ਰੱਖ ਕੇ ਦੂਜੇ ਪਾਸੇ ਦੂਜੇ ਮੌਸਮ ਨੂੰ ਰੱਖ ਕੇ ਤੋਲ ਰਹੇ ਆ। ਇੱਕ ਪਾਸੇ ਇੱਕ ਟਾਈਮ ਨੂੰ ਲੈ ਕੇ ਦੂਜੇ ਪਾਸੇ ਦੂਜੇ ਟਾਈਮ ਨੂੰ ਰੱਖ ਕੇ ਤੋਲ ਰਹੇ ਆ। ਹੈਪੀ ਮੂਮੈਂਟ, ਸੈਡ ਮੂਮੈਂਟ, ਐਕਸਾਈਟਿਡ, ਡਿਪਰੈਸਡ, ਵਾਟ ਇਜ਼ ਦਿਸ? ਇੱਕ ਬੈਲੈਂਸ ਹੱਥ 'ਚ ਫੜੀ ਹੋਈ ਹੈ, ਲੱਗੇ ਹੋਏ ਆ ਵੇਲੇ ਤੋਲਣ। ਹਰ ਵੇਲੇ ਵੇਲੇ ਆ ਨਾ, ਵਿਜ਼ਡਮ ਨਹੀਂ ਹੈ। ਇੱਥੇ ਖੜਾ ਕੀਤਾ ਹੈ ਗੁਰੂ ਪਾਤਸ਼ਾਹ ਨੇ। ਆਪਣੇ ਖੜਾ ਹੀ ਦੂਜੇ ਨੂੰ ਖੜਾ ਕਰ ਸਕਦਾ ਹੈ। ਤੇ ਖੜਾ ਕੌਣ ਹੈ? ਓਨਲੀ ਐਂਡ ਓਨਲੀ ਸਤਿਗੁਰ, ਜਿਹਨੂੰ ਗੁਰੂ ਗ੍ਰੰਥ ਸਾਹਿਬ ਵਿਜ਼ਡਮ ਕਹਿੰਦੇ ਨੇ। ਸੋ ਵਿਜ਼ਡਮ ਸਿਰਫ ਕਸਵੱਟੀ ਹੈ, ਦੁਨੀਆ ਕਸਵੱਟੀ ਨਹੀਂ ਹੈ। ਇੱਕ ਪਬਲਿਕ ਓਪੀਨੀਅਨ ਹੁੰਦੇ ਨੇ, ਇੱਕ ਵਿਜ਼ਡਮ ਹੁੰਦੀ ਹੈ। ਜਦੋਂ ਮੈਂ ਪਬਲਿਕ ਓਪੀਨੀਅਨ ਦਾ ਪਿੱਛਾ ਕਰ ਰਿਹਾ ਤੇ ਮੈਂ ਹਮੇਸ਼ਾ ਡਿਗਾਂਗਾ ਹੀ ਡਿਗਾਂਗਾ। ਠੀਕ ਹੈ ਨਾ? ਜਦੋਂ ਮੈਂ ਆਪਣੀ ਸਟੇਟ ਆਫ ਮਾਈਂਡ ਪਬਲਿਕ ਓਪੀਨੀਅਨ ਤੋਂ ਗੈਦਰ ਕਰਕੇ ਆਪਣੀ ਇੱਕ ਨਵੀਂ ਸੋਚ ਬਣਾਈ ਹੋਈ ਹੈ। ਇੱਕ ਮੈਂ ਪਬਲਿਕ ਓਪੀਨੀਅਨ ਤੋਂ ਸੋਚ ਬਣਾਈ ਹੈ, ਇੱਕ ਮੈਂ ਵਿਜ਼ਡਮ ਤੋਂ ਸੋਚ ਬਣਾਈ ਹੈ। ਦੋਨਾਂ ਨੂੰ ਵੱਖ ਕਰਕੇ ਵੇਖ। ਜਦੋਂ ਅਸੀਂ ਹਰ ਵੇਲੇ ਕਹਿ ਰਹੇ ਹਾਂ ਮੇਰੇ ਅਕੋਰਡਿੰਗ, ਤੇਰੀ ਸੋਚ ਕਿਸ ਤਰ੍ਹਾਂ ਬਣੀ? ਤੂੰ ਜੰਮਿਆ ਸੀ, ਤੇਰੇ ਕੋਲ ਕੋਈ ਸੋਚ ਨਹੀਂ ਸੀ। ਤੂੰ ਖੁਦ ਹੀ ਨਿੱਕੀ 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 ਇਧਰੋਂ ਗੈਦਰ ਕਰਕੇ ਆਪਣੀ ਸੋਚ ਬਣਾਈ ਹੈ। ਉਹਨੂੰ ਇਹ ਗੁਰਬਾਣੀ ਦੀਆਂ ਪੰਕਤੀਆਂ। ਗੁਰਬਾਣੀ ਜਦੋਂ ਰੋਜ਼ ਸਾਨੂੰ ਸੋਦਰ ਵਿੱਚ ਕਹਿੰਦੀ ਹੈ, ਸਭ ਸੁਰਤੀ ਮਿਲ ਸੁਰਤ ਕਮਾਈ। ਸਾਰੀਆਂ ਸੁਰਤਾਂ ਤੋਂ ਮੈਂ ਨਿੱਕਾ 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 ਖਿਆਲ ਕਰ ਲੈ ਕੇ ਆਪਣੀ ਸੁਰਤ ਨੂੰ ਕਮਾਇਆ। ਆਪਣੀ ਅਕਲ, ਮੇਰਾ ਥਾਟ ਪ੍ਰੋਸੈਸ ਕਿਵੇਂ ਬਣਿਆ। ਦੁਨੀਆ ਵਿੱਚ ਸੋਹਣੇ ਦਾ ਮਤਲਬ ਹੈ ਗੋਰਾ ਤੇ ਕਸੋਹਣੇ ਦਾ ਮਤਲਬ ਹੈ ਕਾਲਾ। ਇਹ ਕਸਵੱਟੀ ਕਿੰਨੇ ਬਣਾਈ ਹੈ? ਗੁਰੂ ਨੇ, ਵਿਜ਼ਡਮ ਨੇ, ਜਾਂ ਦੁਨੀਆ ਨੇ? ਉਸੇ ਕਸਵੱਟੀ ਨੂੰ ਮੈਂ ਲੈ ਕੇ ਤੁਰ ਰਿਹਾ। ਦੁਨੀਆ ਵਿੱਚ ਪੈਸੇ ਵਾਲੇ ਨੂੰ ਅਮੀਰ ਤੇ ਜਿਹਦੇ ਕੋਲ ਪੈਸਾ ਨਹੀਂ ਹੈ ਉਹਨੂੰ ਗਰੀਬ ਕਿਹਾ ਜਾਂਦਾ ਹੈ। ਇਹ ਕਸਵੱਟੀ ਕਿੰਨੇ ਬਣਾਈ ਹੈ? ਪਬਲਿਕ ਓਪੀਨੀਅਨ। ਤੇ ਮੇਰੇ ਵੀ ਉਹੀ ਓਪੀਨੀਅਨ ਨੇ ਫਿਰ। ਤੇ ਜੇ ਪਬਲਿਕ ਓਪੀਨੀਅਨ ਮੇਰੇ ਓਪੀਨੀਅਨ ਬਣ ਗਏ ਤੇ ਮੇਰੀ ਅਕਲ ਕਿੱਥੋਂ ਬਣੀ? ਪਬਲਿਕ ਤੋਂ। ਔਰ ਮੈਂ ਫਿਰ ਆਪਣੀ ਅਕਲ ਨੂੰ ਬੜਾ ਸਲਾਨਾ, ਦਿਸ ਇਜ਼ ਤਜਰਬੇ ਵਾਲੀ ਸੋਚ। ਠੀਕ ਹੈ? ਸੋ ਸਾਨੂੰ ਪਹਿਲੇ ਟ੍ਰਾਂਸਪੇਰੈਂਟ ਹੋਣਾ ਹੈ। ਸਾਡੇ ਸਾਹਮਣੇ ਗੁਰੂ ਗ੍ਰੰਥ ਸਾਹਿਬ means wisdom, मतलब सतगुर, मतलब शब्द गुरु, गुरु दा ज्ञान एक ऐसा शीशा है जिस मिरर विच मैं अपनी शक्ल नहीं सोच देख सकता। जिवें कुदरत दे नियम विच इंसान अपनी शक्ल आप नहीं वेख सकदा, शीशा चाहिदा है। उसे तरीके नाल मेरे मन रूपी मुंह ते केड़ा कालक दा दाग है अपनी आंखां नाल नजर नहीं आएगा। ठीक है? शक्ल लई, चेहरे ते दाग देखण लई मैनू की चाहिदा है? मिरर। मन दा दाग देखण लई मैनू की चाहिदा है? गुरबाणी रूप मिरर। ओ भी तां दिखेगा जदों मैं देखना चाहता वां, वरना लगा है ना इट्स ओके, गए, चलता है, सब चलता है, सारे ऐसे हैं। फिर अगे फिर इतना अगर असी क्लियर होने लगे तो फिर रब ना बन जाइए। कौन बोलिया? मन। ए कौन किन्ने दिखाया? गुरु ने। गुरु दिखांदा है तेरा मन कितना बोलदा है,
ਪਰ ਜਦੋਂ ਆਪਣੇ ਬੋਲੇ ਹੋਏ ਦਾ ਦਰਦ ਆਪਣੇ ਆਪ ਨੂੰ ਹੋਣ ਲੱਗ ਜਾਏ, ਇਹ ਬੜੀ ਗੁਰਬਾਣੀ ਦੀ ਕਮਾਲ ਹੈ। ਜਿਸ ਦਿਨ ਮੈਨੂੰ ਮੇਰੇ ਬੋਲੇ ਹੋਏ ਦਾ, ਮੇਰੀ ਸੋਚ ਦਾ ਜਿਸ ਦਿਨ ਮੈਨੂੰ ਦਰਦ ਹੋਣਾ ਸ਼ੁਰੂ ਹੋਏਗਾ, ਉਸ ਦਿਨ ਮੈਂ ਸੁਭਾਅ ਬਦਲਣ ਨੂੰ ਤਿਆਰ ਹੋਵਾਂਗਾ। ਜਦੋਂ ਮੈਨੂੰ ਆਪਣੇ ਲਫ਼ਜ਼ਾਂ ਦਾ ਪੇਨ ਸ਼ੁਰੂ ਹੋਏਗਾ, ਵਰਨਾ ਕੋਈ ਕਿਤਨਾ ਮਰਜ਼ੀ ਕਹਿੰਦਾ ਰਹੇ ਤੂੰ ਗਲਤ ਹੈ, ਮੈਂ ਨਹੀਂ ਇੰਪਰੂਵ ਹੋ ਸਕਦਾ। ਜਿਸ ਦਿਨ ਮੈਂ ਚਾਹਾਂਗਾ ਮੈਂ ਇੰਪਰੂਵ ਹੋਣਾ ਹੈ, ਜਿਸ ਦਿਨ ਮੈਂ ਚਾਹਾਂਗਾ ਮੇਰੀ ਗਲਤੀ ਦਾ ਪੇਨ ਮੈਨੂੰ ਹੋ ਰਿਹਾ ਹੈ, ਤਦ ਮੈਂ ਉੱਥੋਂ ਨਿਕਲਣਾ ਚਾਹੁੰਦਾ। ਸੋ ਡਿੱਗਣ ਦੀਆਂ ਨਿਸ਼ਾਨੀਆਂ ਤੋਂ ਸੁਚੇਤ ਕਰਦੀ ਹੈ ਗੁਰਬਾਣੀ, ਡਿੱਗਣ ਦੇ ਕਾਰਨਾਂ ਤੋਂ ਜਗਾਉਂਦੀ ਹੈ ਗੁਰਬਾਣੀ। ਬੁਢਾਪਾ 4 ਚੀਜ਼ਾਂ ਕਮਜ਼ੋਰ ਦੱਸਦੀ ਹੈ। ਪਹਿਲੇ ਸਰੀਰਕ ਬੁਢਾਪਾ, ਬੁਢਾਪੇ ਵਿੱਚ 4 ਚੀਜ਼ਾਂ ਗੁਰਬਾਣੀ ਕਹਿੰਦੀ ਹੈ ਕਮਜ਼ੋਰ ਹੁੰਦੀਆਂ। 4 ਥਿੰਗਸ। ਵਾਟ? ਆਈਜ਼, ਅੱਖਾਂ ਕਮਜ਼ੋਰ, ਸ਼ੋਜ਼ ਬੁਢਾਪਾ ਆ ਰਿਹਾ ਹੈ। ਕੰਨ ਕਮਜ਼ੋਰ, ਬੁਢਾਪਾ ਆ ਰਿਹਾ ਹੈ। ਦੰਦ ਕਮਜ਼ੋਰ, ਬੁਢਾਪਾ ਆ ਰਿਹਾ ਹੈ। ਟੰਗਾਂ ਕਮਜ਼ੋਰ, ਬੁਢਾਪਾ ਆ ਰਿਹਾ ਹੈ। ਜੇ ਜਵਾਨ ਦਿਖਾਉਂਦੀ ਹੈ ਤੇ ਫਿਰ ਵੀਕਨੈਸ ਵੀ ਦਿਖਾਉਂਦੀ ਹੈ ਨਾ। ਅੱਖਾਂ ਕਮਜ਼ੋਰ ਨੇ ਮਤਲਬ ਅੱਖਾਂ ਨੂੰ ਦਿਖਦਾ ਨਹੀਂ, ਮਤਲਬ 2-2 ਪਰਸਨੈਲਿਟੀ ਦਿਖਦੀਆਂ ਨੇ। ਠੀਕ ਹੈ। ਹੁਣ ਜਦੋਂ ਸਟੇਟ ਆਫ ਮਾइंड ਵਿੱਚ ਮੈਨੂੰ ਇੱਕੋ ਇਨਸਾਨ ਦੇ ਅੰਦਰ ਕभी अच्छा कभी बुरा दिखता है, डबल पर्सनैलिटी दिखता है, नो मैटर व्हाट मेरी केड़ी एज है, बुढ़ापा मेरे अंदर है। इज इट क्लियर? पर्सनैलिटी इको ही है, कभी अच्छी है, कब जब मेरा काम करती है, गंदी है, मेरा काम नहीं किया, मेरे काम आया बहुत अच्छा है, मेरे लिए अच्छा है क्योंकि मेरी हेल्प करता है। मैं नहीं पता बाहर कैसा है, मेरे नाल ते बड़ा चंगा है। ते जे मेरा एक नहीं कीता, ए की है? सेल्फिशनेस नहीं है, ए गुरबाणी पढ़ांदी है। अखां कमजोर, 2-2 दिखदा है। स्टेट ऑफ माइंड कमजोर, बुढ़ापे वाली। कान कमजोर, उच्ची सुनाई देंदा है, या रोला पिया होवे तां भी सुनाई नहीं देंदा। डीजे वजदा होए सुनाई नहीं देंदा ना। इसे तरीके नाल मन अंदर जदों अपनी वाह वाह दा शोर पिया होया है, एनू गुरु दी गल, एनू विजडम वाली गल सुनाई देंदी। क्यों? भुख अपने नाम दी है, भुख अपनी वाह वाह दी है। ਇਹ ਹੈਗੀਆਂ ਅਸਲ ਵਿੱਚ ਬੁਢਾਪੇ ਦੀਆਂ ਨਿਸ਼ਾਨੀਆਂ। ਭਾਵੇਂ ਮੈਂ ਸਰੀਰ ਵਿੱਚ ਜਵਾਨ ਕਿਉਂ ਨਹੀਂ ਆ, ਪਰ ਜੇ ਮੇਰੀਆਂ ਅੱਖਾਂ ਐਸੀਆਂ ਨੇ, ਜੇ ਮੇਰੇ ਕੰਨ ਐਸੇ ਨੇ, ਦੰਦ ਕੀ ਹੁੰਦੇ ਨੇ? ਦੰਦ ਹੁੰਦੇ ਨੇ ਜਿਹੜੇ ਇੱਕ ਤੇ ਸਾਡਾ ਖਾਣ ਵਿੱਚ ਸਾਨੂੰ ਹੈਲਪ ਕਰਦੇ ਨੇ, ਦੰਦ ਦੂਜਾ ਸਾਨੂੰ ਬੋਲਣ ਵਿੱਚ ਹੈਲਪ ਕਰਦੇ ਨੇ। ਜਿਸ ਮਨੁੱਖ ਦੇ ਦੰਦ ਨਾ ਆਉਣ ਨਾ, ਉਹਦੀ ਆਵਾਜ਼ ਸਮਝ ਨਹੀਂ ਆਉਂਦੀ। ਹੁਣ ਜਦੋਂ ਮੈਂ ਐਸਾ ਬੋਲਾਂ ਕਿ ਸਾਹਮਣੇ ਵਾਲੇ ਨੂੰ ਗੱਲ ਸਮਝ ਹੀ ਨਾ ਆਏ, ਇਤਨੇ ਕੋੜੇ ਲਫ਼ਜ਼, ਇਸ ਦਾ ਮਤਲਬ ਹੈ ਮੇਰੇ ਕੋਲ ਜਵਾਨੀ ਵਾਲੇ ਦੰਦ। ਬਾਹਰ ਦੇ ਸੀਨ ਨੂੰ ਦਿਖਾ ਕੇ ਸਟੇਟ ਆਫ ਮਾइंड ਦਿਖਾਣ ਦਾ ਤਰੀਕਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਹੈ, ਇਹਦੇ ਲਈ ਵਾਹ ਨਹੀਂ ਕਹਿ ਸਕਦੇ। ਇਸ ਲਈ ਅਸੀਂ ਵਾਹ ਗੁਰੂ ਕਹਿੰਦੇ ਆ। ਉਹ ਗੁਰੂ ਐਸਾ ਤਰੀਕਾ ਤੇ ਅੱਜ ਤੱਕ ਕਿੱਥੇ ਸੀ ਨਹੀਂ। ਬਾਹਰ ਦੀਆਂ ਟੰਗਾਂ ਮੇਰੀਆਂ ਕਮਜ਼ੋਰ ਨੇ, ਜਿਹੜੀ ਨਿੱਕੀ ਨਿੱਕੀ ਗੱਲ ਤੇ ਡਿਪਰੈਸ ਹੋ ਜਾਂਦੀਆਂ ਨੇ। ਬਾਹਰ ਨਿੱਕੀ ਨਿੱਕੀ ਗੱਲ ਤੇ ਮੈਂ ਡਿੱਗ ਜਾਣਾ, ਕਸ਼ਮਕਸ਼ ਹੋ ਜਾਣੀ ਹੈ। ਸੋ ਵਟ, ਅਗਰ ਇੱਕ ਵਾਰੀ ਕਿਸੇ ਕੋਲੋਂ ਹੋ ਗਿਆ ਤੇ ਮਾਫ ਕਰਨ ਵਾਲੇ ਕੋ ਮੇਰੇ ਕੋਲ ਹਿਰਦਾ ਨਹੀਂ ਹੈ, ਧੀਰਜ ਦੂਜੇ ਦੇ ਬੋਲ ਸਹਾਰਨ ਦਾ ਮੇਰੇ ਕੋਲ ਦਿਲ ਨਹੀਂ ਹੈ। ਕੀ ਇਹ ਮੇਰੀਆਂ ਟੰਗਾਂ ਕਮਜ਼ੋਰ? केड़ियां? शरीरक, बायोलॉजिकल और स्टेट ऑफ माइंड दिया। स्टेट ऑफ सो गुरबाणी शरीर तो स्टेट ऑफ माइंड चेक करा के ओनू रियल मैने विच जवान बनांदी है। सो सानू अगेन बार बार इनू कहंदे ने मन जीते जग जीत। केड़े मन नू जित्तिया, ਕਿਹੜੇ ਜਗ ਨੂੰ ਜਿੱਤਿਆ? ਪੁੱਛੀਏ ਤੇ ਸਹੀ। ਔਰ ਜਦੋਂ ਕਮਜ਼ੋਰ ਹੈ ਤੇ ਕੀ ਹੈ? ਮਨ ਹਾਰ ਗਿਆ। ਕਿਹਦੇ ਅੱਗੇ? ਸੈਂਸਿਸ ਅੱਗੇ। ਮਨ ਕਿਹਦੇ ਅੱਗੇ ਵੀਕ ਹੈ? ਆਪਣੀਆਂ ਸੈਂਸਿਸ ਅੱਗੇ ਵੀਕ ਹੈ, ਕਿਸੇ ਹੋਰ ਅੱਗੇ ਵੀਕ ਨਹੀਂ ਹੈ ਮਨ। ਮਨ ਮੇਰੀਆਂ ਸੈਂਸਿਸ ਅੱਗੇ ਵੀਕ ਹੋ ਜਾਂਦਾ ਹੈ।
ਆਪਣੀਆਂ ਸੈਂਸਸ ਨੂੰ ਜਿੱਤਣਾ। ਰੀਅਲ ਜਿੱਤ ਕੀ ਹੈ? ਮੈਂ ਪੜ੍ਹ ਰਹੀ ਸੀ, ਕਹਿੰਦਾ ਟਰੂ ਵਿਕਟਰੀ ਮੀਨਸ ਕੰਪਲੀਟ ਕੰਟਰੋਲ ਓਵਰ ਦਾ ਸੈਂਸ ਆਰਗਨਸ। ਠੀਕ ਹੈ? ਸੋ ਜਦੋਂ ਇਹ ਵਾਲੀ ਵਿਕਟਰੀ ਮਿਲਦੀ ਹੈ, ਫਿਰ ਕੀ ਮਿਲਦੀ ਹੈ? ਹੈਪੀਨੈਸ, ਖੁਸ਼ੀ। To have balance in all situation is the key to happiness. ਠੀਕ ਹੈ? ਸੋ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਕਿ ਅਸੀਂ ਹਮੇਸ਼ਾ ਜਵਾਨ ਰਹੀਏ। ਇਸ ਜਵਾਨੀ ਨੂੰ ਮਨ ਤਾਂਗਦਾ ਹੈ, ਮਨ ਲੋਚਦਾ ਹੈ, ਮਨ ਮੰਗਦਾ ਹੈ। ਸੋ ਗੁਰਬਾਣੀ ਕਹਿੰਦੀ ਹੈ ਕਿ ਇਹ ਜਿਹੜਾ ਐਨਲਾਈਟਮੈਂਟ ਦਾ ਬੀਜ ਹੈਗਾ, ਸੀਡ ਆਫ ਐਨਲਾਈਟਮੈਂਟ, each human being carries within it. ਹਰੇਕ ਦੇ ਅੰਦਰ ਇਹ ਬੀਜ ਮੰਤਰ ਸਰਬ ਕੋ ਗਿਆਨ, ਇਹ ਸੀਡ, ਗਿਆਨ ਦਾ ਸੀਡ, ਬੀਜ ਅੰਦਰ ਹਰੇਕ ਦੇ ਹੈਗਾ। ਹਿਰਦੇ ਰੂਪੀ ਧਰਤੀ ਨੇ ਇਸ ਬੀਜ ਰਾਹੀਂ ਇੱਕ ਟਰੀ ਗਰੋ ਕਰਨਾ ਹੈ, ਫਲਾਵਰਸ ਵਾਲਾ, ਦਾਖਾਂ ਵਾਲਾ, ਜਿਹਨੂੰ ਅਸੀਂ ਕਹਿੰਦੇ ਹਾਂ ਲੋੜੇ ਦਾਖ ਬਿਜੋਰੀਆਂ, ਕਿੱਕਰ ਬੀਜੇ ਜੱਟ, ਦਾਖਾਂ, ਸ਼ਹਿਦ, ਸਭ ਕੁਛ ਅੰਦਰ ਹੈ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਸੋ ਕ੍ਰੀਏਟਰ ਵੀ ਅੰਦਰ ਹੈ ਤੇ ਕ੍ਰੀਏਸ਼ਨ ਵੀ ਅੰਦਰ ਹੈ। ਢੂੰਡਣਾ ਵਿਜ਼ਡਮ ਰਾਹੀਂ ਹੈ। ਵਿਜ਼ਡਮ ਇੱਕ ਐਸੀ ਸਾਨੂੰ ਗੁਰੂ ਪਾਤਸ਼ਾਹ ਨੇ ਵੈਪਨ ਦਿੱਤਾ ਹੈ ਜਿਹਦੇ ਨਾਲ ਅਸੀਂ ਆਪਣੇ ਮਨ ਨੂੰ ਜਿੱਤਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਨੰਦ ਸਾਹਿਬ ਪੜ੍ਹੋ।